ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਆਪਾਂ ਦੇਖਾਂਗੇ ਕਿ HTML ਵਿੱਚ ਲਿੰਕਿੰਗ ਕਿਵੇਂ ਕਰਦੇ ਹਨ। ਕੰਪਿਊਟਰ ਵਿੱਚ ਤਾਂ ਸਾਰੇ ਕਰ ਲੈਂਦੇ ਹੈ, ਪਰ ਅੱਜ ਆਪਾਂ ਮੋਬਾਈਲ ਦੇ ਵਿੱਚ HTML ਲਿੰਕਿੰਗ ਕਰਨਾ ਸਿੱਖਾਂਗੇ। ਉਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ HTML ਐਡੀਟਰ ਖੋਲ੍ਹਣਾ ਪਏਗਾ। ਜੇ ਇੰਸਟਾਲਡ ਹੈ ਤਾਂ, ਜੇਕਰ ਮੋਬਾਈਲ ਵਿੱਚ HTML ਐਡੀਟਰ ਨਹੀਂ ਹੈ ਤਾਂ ਵੀਡੀਓ ਦੇ ਉੱਪਰ ਤੁਹਾਨੂੰ ਇੱਕ ਲਿੰਕ ਦਿਖਾਈ ਦੇ ਰਿਹਾ ਹੋਵੇਗਾ। ਉਸ ਲਿੰਕ ਉੱਪਰ ਜਾ ਕੇ ਤੁਸੀਂ ਆਪਣੇ ਮੋਬਾਈਲ ਵਿੱਚ HTML ਐਡੀਟਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਸਿੱਖ ਸਕਦੇ ਹੋ। ਹੁਣ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ। ਸਭ ਤੋਂ ਪਹਿਲਾਂ HTML ਐਡੀਟਰ ਖੋਲਾਂਗੇ। ਸਭ ਤੋਂ ਪਹਿਲਾਂ ਅਸੀਂ ਲਿੰਕਿੰਗ ਕਰਾਂਗੇ ਟੈਕਸਟ ਦੇ ਨਾਲ, ਮਤਲਬ ਇੱਕ ਟੈਕਸਟ ਦੇ ਉੱਪਰ ਕਲਿੱਕ ਕਰਕੇ ਅਸੀਂ ਕਿਵੇਂ ਦੂਸਰੇ ਵੈਬ ਪੇਜ ਜਾਂ ਦੂਸਰੀ ਵੈਬਸਾਈਟ ਤੇ ਪਹੁੰਚ ਸਕਦੇ ਹਾਂ। ਇਸ ਲਈ ਸਭ ਤੋਂ ਪਹਿਲਾਂ HTML, ਉਸ ਤੋਂ ਬਾਅਦ ਹੈਡ ਟੈਗ ਤੋਂ ਬਾਅਦ ਟਾਈਟਲ ਦੇ ਵਿੱਚ ਅਸੀਂ ਲਿਖਾਂਗੇ ਲਿੰਕਿੰਗ, ਉਸ ਤੋਂ ਬਾਅਦ ਟਾਈਟਲ ਟੈਗ ਬੰਦ, ਹੈਡ ਟੈਗ ਬੰਦ, ਫਿਰ ਬੋਡੀ ਟੈਗ ਸ਼ੁਰੂ। ਹੁਣ ਬੋਡੀ ਟੈਗ ਦੇ ਅੰਦਰ ਅਸੀਂ ਲਿੰਕਿੰਗ ਲਈ ਵਰਤਿਆ ਜਾਣ ਵਾਲਾ ਐਂਕਰ ਟੈਗ ਯੂਜ਼ ਕਰਾਂਗੇ। ਐਂਗਲ ਬ੍ਰੈਕਟ A ਸਪੇਸ ਛੋੜਾਂਗੇ HREF ਬਰਾਬਰ ਇਨਵਰਟਡ ਕੋਮਾ। ਹੁਣ ਇਨਵਰਟਡ ਕੋਮਾ ਦੇ ਵਿੱਚ ਅਸੀਂ ਉਸ ਵੈਬਸਾਈਟ ਦਾ ਨਾਮ ਲਿਖਣਾ ਹੈ ਜਿਸ ਵੈਬਸਾਈਟ ਦੇ ਨਾਲ ਅਸੀਂ ਲਿੰਕ ਜੋੜਨਾ ਹੈ। ਹੁਣ ਉਸ ਵੈਬਸਾਈਟ ਦਾ ਨਾਮ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਉਸ ਲਈ ਅਸੀਂ ਕੀ ਕਰਾਂਗੇ, ਆਪਣੇ ਮੋਬਾਈਲ ਦੇ ਗੂਗਲ ਕ੍ਰੋਮ 'ਚ ਜਾਵਾਂਗੇ। ਗੂਗਲ ਕ੍ਰੋਮ ਦੇ ਵਿੱਚ ਉਸ ਵੈਬਸਾਈਟ ਨੂੰ ਖੋਲਾਂਗੇ। ਐਡਰੈਸ ਬਾਰ ਦੇ ਵਿੱਚ ਉਸ ਵੈਬਸਾਈਟ ਦਾ ਐਡਰੈਸ ਹੋਏਗਾ, ਉਸ ਨੂੰ ਸਿਲੈਕਟ ਕਰਕੇ ਕਾਪੀ ਕਰਾਂਗੇ। ਸਿਲੈਕਟ ਕਰਨ ਲਈ ਉਸ ਦੇ ਉੱਪਰ ਆਪਣੀ ਉਂਗਲ ਨਾਲ 1 ਸੈਕਿੰਡ ਲਈ ਟੈਪ ਕਰਕੇ ਰੱਖੋ ਤਾਂ ਤੁਹਾਡਾ ਪੂਰਾ ਐਡਰੈਸ ਸਿਲੈਕਟ ਹੋ ਜਾਏਗਾ ਤੇ ਨੀਚੇ ਕਾਪੀ ਦੀ ਆਪਸ਼ਨ ਆਉਣ ਲੱਗ ਜਾਏਗੀ। ਕਾਪੀ ਕਰਾਂਗੇ। ਉਸ ਤੋਂ ਬਾਅਦ ਵਾਪਸ ਆਪਣੇ HTML ਐਡੀਟਰ ਵਿੱਚ ਜਾ ਕੇ ਉਸ ਨੂੰ ਪੇਸਟ ਕਰਾਂਗੇ। ਪੇਸਟ ਕਰਨ ਲਈ ਸੱਜੇ ਪਾਸੇ ਤੁਹਾਨੂੰ 3 ਬਿੰਦੀਆਂ ਦਿਖਾਈ ਦੇ ਰਹੀਆਂ, ਉਹਦੇ ਉੱਪਰ ਟੱਚ ਕਰੋਗੇ ਤਾਂ ਇੱਕ ਮੈਨੂ ਖੁੱਲੇਗਾ। ਉੱਥੋਂ ਪੇਸਟ ਦੀ ਆਪਸ਼ਨ ਸਿਲੈਕਟ ਕਰੋਗੇ, ਤੁਹਾਡਾ ਐਡਰੈਸ ਤੁਹਾਡੇ ਇੱਥੇ ਪੇਸਟ ਹੋ ਜਾਏਗਾ। ਉਸ ਤੋਂ ਬਾਅਦ ਐਂਗਲ ਬ੍ਰੈਕਟ ਬੰਦ ਕਰਾਂਗੇ। ਫਿਰ ਉਹ ਟੈਕਸਟ ਲਿਖਾਂਗੇ ਜਿਸ ਦੇ ਉੱਪਰ ਕਲਿੱਕ ਕਰਕੇ ਅਸੀਂ ਆਪਣੀ ਵੈਬਸਾਈਟ ਤੇ ਜਾਣਾ ਹੈ। ਉਸ ਤੋਂ ਬਾਅਦ ਐਂਕਰ ਟੈਗ ਬੰਦ ਕਰਾਂਗੇ, ਫਿਰ ਬੋਡੀ ਟੈਗ ਬੰਦ, ਫਿਰ HTML ਬੰਦ। ਹੁਣ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਣਾ ਹੈ, ਪਰ ਰਨ ਕਰਨ ਤੋਂ ਪਹਿਲਾਂ ਇਸ ਨੂੰ ਸੇਵ ਕਰਨਾ ਹੈ। ਸੇਵ ਕਰਨ ਲਈ ਸਕਰੀਨ ਤੇ ਸਭ ਤੋਂ ਉੱਪਰ ਤੁਹਾਨੂੰ ਇੱਕ ਫਲੋਪੀ ਦਾ ਸਾਈਨ ਦਿਖਾਈ ਦੇ ਰਿਹਾ ਹੈ, ਉਸ ਦੇ ਉੱਪਰ ਟੱਚ ਕਰੋਗੇ। ਇਹ ਵਾਲਾ ਇੰਟਰਫੇਸ ਦਿਖਾਈ ਦੇਊਗਾ। ਇਸ ਦੇ ਬਿਲਕੁਲ ਨੀਚੇ ਦੇਖੋਗੇ ਤੁਹਾਨੂੰ ਇੱਕ ਨਾਮ ਦਿਖਾਈ ਦੇ ਰਿਹਾ ਹੈ, ਉਹਦੀ ਐਕਸਟੈਂਸ਼ਨ ਹੈ .html। ਜੇਕਰ ਤੁਸੀਂ ਇਹੀ ਨਾਮ ਰੱਖਣਾ ਚਾਹੁੰਦੇ ਹੋ ਇਹ ਰੱਖ ਲਓ, ਨਹੀਂ ਤਾਂ ਇਸ ਨਾਮ ਨੂੰ ਮਿਟਾ ਕੇ ਤੁਸੀਂ ਆਪਣਾ ਨਾਮ ਵੀ ਰੱਖ ਸਕਦੇ ਹੋ। ਤਾਂ ਅਸੀਂ ਇੱਥੇ ਨਾਮ ਚੇਂਜ ਕਰਾਂਗੇ ਪਰ ਐਕਸਟੈਂਸ਼ਨ ਉਹੀ ਰੱਖਾਂਗੇ .html। ਉਸ ਤੋਂ ਬਾਅਦ ਸੇਵ ਤੇ ਟੱਚ ਕਰਾਂਗੇ। ਹੁਣ ਪ੍ਰੋਗਰਾਮ ਸੇਵ ਹੋ ਗਿਆ। ਹੁਣ ਇਸ ਨੂੰ ਰਨ ਕਰਕੇ ਦੇਖਾਂਗੇ। ਰਨ ਕਰਨ ਲਈ ਬਿਲਕੁਲ ਨੀਚੇ ਇੱਕ ਪਲੇ ਦਾ ਬਟਨ ਬਣਿਆ ਹੋਇਆ ਹੈ ਸੱਜੇ ਪਾਸੇ, ਉਸ ਦੇ ਉੱਪਰ ਟੱਚ ਕਰਾਂਗੇ। ਹੁਣ ਤੁਸੀਂ ਦੇਖ ਰਹੇ ਹੋ ਤੁਹਾਨੂੰ ਇੱਕ ਟੈਕਸਟ ਦਿਖਾਈ ਦੇ ਰਿਹਾ ਹੈ। ਜਦੋਂ ਅਸੀਂ ਇਸ ਟੈਕਸਟ ਦੇ ਉੱਪਰ ਟੱਚ ਕਰਾਂਗੇ ਤਾਂ ਅਸੀਂ ਉਸੇ ਵੈਬਸਾਈਟ ਤੇ ਪਹੁੰਚ ਜਾਵਾਂਗੇ ਜਿਹੜੀ ਵੈਬਸਾਈਟ ਦਾ ਨਾਮ ਅਸੀਂ ਆਪਣੇ ਪੇਜ ਤੇ ਲਿਖਿਆ ਸੀ। ਹੁਣ ਅਸੀਂ ਕਰਾਂਗੇ ਇਮੇਜ ਲਿੰਕਿੰਗ, ਮਤਲਬ ਕਿਸੇ ਟੈਕਸਟ ਦੇ ਨਾਲ ਇਮੇਜ ਨੂੰ ਕਨੈਕਟ ਕਰਾਂਗੇ। ਕਿਸੇ ਟੈਕਸਟ ਉੱਪਰ ਕਲਿੱਕ ਕਰਕੇ ਇਮੇਜ ਖੋਲਾਂਗੇ। ਉਸ ਲਈ ਕੀ ਕਰਨਾ ਹੈ, ਸਾਰਾ ਕੁਝ ਬਿਲਕੁਲ ਸੇਮ ਰੱਖਾਂਗੇ, ਬਸ ਐਂਕਰ ਟੈਗ ਦੇ ਹਾਈਪਰ ਰੈਫਰੈਂਸ ਵਿੱਚ ਅਸੀਂ ਆਪਣੀ ਇਮੇਜ ਦਾ ਐਡਰੈਸ ਦੇਵਾਂਗੇ। ਇਸ ਲਈ ਐਂਕਰ ਟੈਗ ਸੇਮ A HREF ਬਰਾਬਰ ਇਨਵਰਟਡ ਕੋਮਾ ਦੇ ਵਿੱਚ ਅਸੀਂ ਆਪਣੀ ਇਮੇਜ ਦਾ ਐਡਰੈਸ ਦੇਵਾਂਗੇ। ਐਡਰੈਸ ਲਈ ਕੀ ਕਰਨਾ ਹੈ, ਆਪਣੇ ਮੋਬਾਈਲ ਦੇ ਫਾਈਲ ਐਕਸਪਲੋਰਰ ਵਿੱਚ ਜਾਣਾ ਹੈ। ਜੋ ਇਮੇਜ ਤੁਸੀਂ ਇਨਸਰਟ ਕਰਨਾ ਚਾਹੁੰਦੇ ਹੋ ਉਸ ਇਮੇਜ ਦੇ ਉੱਪਰ ਟੈਪ ਕਰਕੇ ਰੱਖਣਾ ਹੈ। ਤਾਂ ਤੁਸੀਂ ਨੀਚੇ ਦੇਖੋਗੇ ਇੱਕ ਆਪਸ਼ਨ ਆ ਰਹੀ ਹੈ ਮੋਰ ਦੀ, ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਕ ਹੋਰ ਆਪਸ਼ਨ ਆਏਗੀ ਡਿਟੇਲ ਦੀ। ਡਿਟੇਲ ਦੇ ਉੱਪਰ ਟੱਚ ਕਰੋਗੇ ਤਾਂ ਤੁਹਾਨੂੰ ਤੁਹਾਡੀ ਇਮੇਜ ਦਾ ਪੂਰਾ ਐਡਰੈਸ ਦਿਖਾਈ ਦੇਗਾ। ਉਸ ਐਡਰੈਸ ਨੂੰ ਸਿਲੈਕਟ ਕਰਨਾ ਹੈ। ਸਿਲੈਕਟ ਕਰਨ ਲਈ ਉਸ ਦੇ ਉੱਪਰ ਆਪਣੀ ਉਂਗਲੀ ਨੂੰ 1 ਸੈਕਿੰਡ ਲਈ ਟੈਪ ਕਰਕੇ ਰੱਖੋ। ਐਡਰੈਸ ਦਾ ਕੁਝ ਹਿੱਸਾ ਸਿਲੈਕਟ ਹੋ ਜਾਏਗਾ
ਤੇ ਉਸ ਨੂੰ ਡਰੈਗ ਕਰਕੇ ਤੁਸੀਂ ਪੂਰੇ ਐਡਰੈਸ ਨੂੰ ਸਿਲੈਕਟ ਕਰ ਲੈਣਾ ਹੈ। ਸਿਲੈਕਟ ਕਰਨ ਤੋਂ ਬਾਅਦ ਕਾਪੀ ਕਰਨਾ ਹੈ, HTML ਐਡੀਟਰ ਵਿੱਚ ਆਵਾਂਗੇ, ਉਸ ਜਗ੍ਹਾ ਤੇ ਉਵੇਂ ਹੀ ਪੇਸਟ ਕਰ ਦੇਣਾ ਹੈ। ਉਸ ਤੋਂ ਬਾਅਦ ਫਾਈਲ ਨੂੰ ਸੇਵ ਕਰਾਂਗੇ। ਫਿਰ ਉਵੇਂ ਹੀ ਨੀਚੇ ਜਿਹੜਾ ਪਲੇ ਦਾ ਬਟਨ ਬਣਿਆ ਹੋਇਆ ਹੈ ਉਸ ਤੋਂ ਫਾਈਲ ਨੂੰ ਰਨ ਕਰਕੇ ਦੇਖਾਂਗੇ। ਤੁਸੀਂ ਦੇਖ ਰਹੇ ਹੋ ਇੱਥੇ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਵਾਈਟ ਕਲਰ ਦਾ ਇਮੇਜ ਵਰਡ ਦਿਖਾਈ ਦੇ ਰਿਹਾ ਹੈ। ਹੁਣ ਅਸੀਂ ਜਦੋਂ ਇਸ ਵਰਡ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਉਸੇ ਇਮੇਜ ਤੇ ਪਹੁੰਚ ਜਾਵਾਂਗੇ ਜਿਸ ਇਮੇਜ ਦੇ ਨਾਲ ਅਸੀਂ ਇਸ ਵਰਡ ਨੂੰ ਲਿੰਕ ਕੀਤਾ ਹੈ। ਪਿਆਰੇ ਬੱਚਿਓ, ਅੱਗੇ ਆਪਾਂ ਦੇਖਾਂਗੇ ਕਿ ਕਿਸੇ ਇਮੇਜ ਦੇ ਉੱਪਰ ਕਲਿੱਕ ਕਰਕੇ ਅਸੀਂ ਕਿਸ ਤਰ੍ਹਾਂ ਕਿਸੇ ਦੂਸਰੇ ਵੈਬ ਪੇਜ ਜਾਂ ਫਿਰ ਕਿਸੇ ਦੂਸਰੀ ਵੈਬਸਾਈਟ ਤੇ ਪਹੁੰਚ ਕਰ ਸਕਦੇ ਹਾਂ। ਹੁਣ ਕੀ ਕਰਨਾ ਹੈ, ਉਵੇਂ ਹੀ href ਐਂਕਰ ਟੈਗ ਦੇ ਵਿੱਚ ਐਟਰੀਬਿਊਟ ਪਾਣਾ ਹੈ। ਸਭ ਤੋਂ ਪਹਿਲਾਂ a ਟੈਗ, ਫਿਰ href ਬਰਾਬਰ ਇਨਵਰਟਡ ਕਾਮਾ। ਉਸ ਤੋਂ ਬਾਅਦ ਅਸੀਂ ਕੀ ਇਨਸਰਟ ਕਰਾਂਗੇ ਇੱਥੇ, ਉਹ ਵੈਬਸਾਈਟ ਦਾ ਐਡਰੈਸ ਜਿਸ ਐਡਰੈਸ ਦੇ ਉੱਪਰ ਅਸੀਂ ਲਿੰਕ ਕਰਨਾ ਹੈ। ਉਸ ਲਈ ਕੀ ਕਰਾਂਗੇ, ਆਪਣੇ ਮੋਬਾਈਲ ਦਾ ਗੂਗਲ ਕ੍ਰੋਮ ਖੋਲਾਂਗੇ, ਉੱਥੇ ਜਿਸ ਵੈਬਸਾਈਟ ਨੂੰ ਤੁਸੀਂ ਜੋੜਨਾ ਹੈ ਉਸ ਨੂੰ ਓਪਨ ਕਰੋਗੇ। ਉਸ ਦੇ ਉੱਪਰ 1 ਸੈਕਿੰਡ ਲਈ ਟੈਪ ਕਰਕੇ ਰੱਖੋਗੇ ਤਾਂ ਐਡਰੈਸ ਬਾਰ ਦੇ ਉੱਪਰ ਤੁਹਾਡੀ ਸਾਈਟ ਸਿਲੈਕਟ ਹੋ ਜਾਏਗੀ। ਨੀਚੇ ਕਾਪੀ ਦਾ ਬਟਨ ਹੈ ਤਾਂ ਆਪਾਂ ਕਾਪੀ ਕਰ ਲਵਾਂਗੇ। ਵਾਪਸ ਆਪਣੇ ਟੈਕਸਟ ਐਡੀਟਰ ਵਿੱਚ ਜਾਵਾਂਗੇ HTML ਦੇ, ਉੱਥੇ ਜਾ ਕੇ ਪੇਸਟ ਕਰ ਦੇਵਾਂਗੇ। ਫਿਰ ਸ਼ੁਰੂ ਕਰਾਂਗੇ img ਟੈਗ ਇਮੇਜ ਨੂੰ ਇਨਸਰਟ ਕਰਨ ਲਈ। ਪਹਿਲੇ ਐਂਗਲ ਬ੍ਰੈਕਟ ਸਟਾਰਟ, ਫਿਰ img ਸਪੇਸ ਛੋੜ ਕੇ src ਬਰਾਬਰ ਇਨਵਰਟਡ ਕਾਮਾ। ਉਸ ਤੋਂ ਬਾਅਦ ਅਸੀਂ ਹੁਣ ਉਸ ਇਮੇਜ ਦਾ ਐਡਰੈਸ ਪਾਵਾਂਗੇ ਉਵੇਂ ਹੀ ਜਿਵੇਂ ਪਹਿਲਾਂ ਕੀਤਾ ਸੀ। ਉਸ ਲਈ ਕੀ ਕਰਨਾ ਹੈ, ਸੇਮ ਉਵੇਂ ਹੀ ਆਪਣੇ ਮੋਬਾਈਲ ਦੇ ਫਾਈਲ ਮੈਨੇਜਰ ਵਿੱਚ ਜਾ ਕੇ ਉਸ ਇਮੇਜ ਦੇ ਉੱਪਰ ਟੱਚ ਕਰਨਾ ਹੈ। 1 ਸੈਕਿੰਡ ਲਈ ਪ੍ਰੈਸ ਕਰਕੇ ਰੱਖਣਾ ਹੈ ਤਾਂ ਨੀਚੇ ਤੁਹਾਨੂੰ ਆਪਸ਼ਨ ਦਿਖਾਈ ਦੇਵੇਗੀ ਮੋਰ ਦੀ, ਉਸ ਦੇ ਉੱਪਰ ਟੱਚ ਕਰਨਾ ਹੈ ਤਾਂ ਇੱਕ ਮੈਨੂ ਖੁੱਲੇਗਾ। ਉਸ ਵਿੱਚ ਸਭ ਤੋਂ ਨੀਚੇ ਜਾਣਾ ਹੈ ਡਿਟੇਲ। ਇੱਥੇ ਤੁਹਾਨੂੰ ਆਪਣੀ ਫਾਈਲ ਦਾ ਮਤਲਬ ਉਸ ਇਮੇਜ ਦਾ ਐਡਰੈਸ ਦਿਖਾਈ ਦੇਗਾ, ਉਸ ਸਾਰੇ ਨੂੰ ਕਾਪੀ ਕਰਨਾ ਹੈ। ਕਾਪੀ ਕਰਨ ਤੋਂ ਬਾਅਦ ਵਾਪਸ ਆਪਣੇ ਟੈਕਸਟ ਐਡੀਟਰ ਵਿੱਚ ਜਾ ਕੇ ਉਸ ਨੂੰ ਪੇਸਟ ਕਰ ਦੇਣਾ ਹੈ। ਹੁਣ ਇੱਕ ਗੱਲ ਯਾਦ ਰੱਖਣੀ ਹੈ ਕਿ ਇਹ ਵਾਲੀ ਇਮੇਜ ਜਿਹੜੀ ਹੈ ਉਹ ਕਾਫੀ ਜ਼ਿਆਦਾ ਵੱਡੀ ਆਏਗੀ, ਲੇਕਿਨ ਆਪਣੇ ਵੈਬ ਪੇਜ ਤੇ ਇਸ ਨੂੰ ਉਸਦੀ ਹਾਈਟ ਤੇ ਵਿਡਥ ਦੇ ਅਕੋਰਡਿੰਗ ਸੈੱਟ ਕਰਨਾ ਹੈ। ਉਸ ਲਈ ਅਸੀਂ ਕੀ ਕਰਾਂਗੇ, ਇਨਵਰਟਡ ਕਾਮਾ ਜਿਹੜਾ ਸ਼ੁਰੂ ਕੀਤਾ ਸੀ ਬੰਦ ਕਰਾਂਗੇ, ਫਿਰ ਸਪੇਸ ਛੋੜ ਕੇ ਹਾਈਟ HEIGHT ਇਕੁਅਲ ਟੂ ਦਾ ਨਿਸ਼ਾਨ, ਇਨਵਰਟਡ ਕਾਮਾ। ਉਸ ਤੋਂ ਬਾਅਦ ਜਿੰਨੇ ਸਾਈਜ਼ ਦੀ ਤੁਹਾਨੂੰ ਇਮੇਜ ਚਾਹੀਦੀ ਹੈ ਉਹ ਸਾਈਜ਼ ਦੇਵਾਂਗੇ, ਮਤਲਬ 100 200, ਇੱਥੇ ਅਸੀਂ 100 ਪਾਵਾਂਗੇ। ਉਸ ਤੋਂ ਬਾਅਦ px, ਕਿਉਂਕਿ ਮੋਬਾਈਲ ਦੇ ਵਿੱਚ ਇਮੇਜ ਲਈ px ਯੂਜ਼ ਹੁੰਦਾ ਹੈ। ਇਨਵਰਟਡ ਕਾਮਾ ਬੰਦ। ਉਸ ਤੋਂ ਬਾਅਦ ਸਪੇਸ ਛੋੜ ਕੇ ਵਿਡਥ WIDTH ਬਰਾਬਰ ਇਨਵਰਟਡ ਕਾਮਾ, ਫਿਰ 100 px ਇਨਵਰਟਡ ਕਾਮਾ ਬੰਦ, ਫਿਰ ਐਂਗਲ ਬ੍ਰੈਕਟ ਬੰਦ। ਉਸ ਤੋਂ ਬਾਅਦ ਅਸੀਂ a ਟੈਗ ਨੂੰ ਵੀ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਫਾਈਲ ਨੂੰ ਸੇਵ ਕਰਾਂਗੇ, ਫਿਰ ਪਲੇ ਕਰਾਂਗੇ। ਹੁਣ ਤੁਸੀਂ ਦੇਖ ਰਹੇ ਹੋ ਉਹ ਇਮੇਜ ਸਾਨੂੰ ਦਿਖਾਈ ਦੇ ਰਹੀ ਹੈ। ਜਦੋਂ ਅਸੀਂ ਇਸ ਇਮੇਜ ਦੇ ਉੱਤੇ ਟੱਚ ਕਰਾਂਗੇ ਤਾਂ ਅਸੀਂ ਉਸੇ ਵੈਬਸਾਈਟ ਤੇ ਪਹੁੰਚ ਜਾਵਾਂਗੇ ਜਿਹੜੀ ਵੈਬਸਾਈਟ ਦਾ ਲਿੰਕ ਅਸੀਂ ਇਸ ਇਮੇਜ ਨਾਲ ਜੋੜਿਆ ਸੀ। ਸਟੂਡੈਂਟਸ, ਹੁਣ ਆਪਾਂ ਤਿਆਰ ਕਰਾਂਗੇ ਫਾਰਮਸ। ਫਾਰਮ ਤਾਂ ਤੁਹਾਨੂੰ ਪਤਾ ਹੀ ਹੋਏਗਾ ਕੀ ਹੁੰਦੇ ਹਨ, ਮਤਲਬ ਤੁਸੀਂ ਆਨਲਾਈਨ ਫਾਰਮ ਤਾਂ ਕਦੇ ਨਾ ਕਦੇ ਜ਼ਰੂਰ ਭਰੇ ਹੀ ਹੋਣਗੇ। ਅੱਜ ਅਸੀਂ ਇਹੋ ਜਿਹੇ ਹੀ ਫਾਰਮ ਤਿਆਰ ਕਰਾਂਗੇ। ਫਾਰਮ ਤਿਆਰ ਕਰਨ ਲਈ ਸਭ ਤੋਂ ਪਹਿਲਾ ਟੈਗ ਜੋ ਸਾਨੂੰ ਵਰਤਣਾ ਪੈਂਦਾ ਹੈ ਉਹ ਹੈ ਫਾਰਮ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਫਾਰਮ ਟੈਗ। ਉਸ ਤੋਂ ਬਾਅਦ ਕਾਲਮ ਦੇ ਅੱਗੇ ਜੋ ਤੁਸੀਂ ਲਿਖਣਾ ਹੈ, ਜਿਵੇਂ ਨੇਮ, ਫਾਦਰ ਨੇਮ ਵਗੈਰਾ, ਜੋ ਵੀ ਨੇਮ, ਆਪਾਂ ਨੇਮ ਲਿਖਾਂਗੇ। ਉਸ ਤੋਂ ਬਾਅਦ ਐਂਗਲ ਬ੍ਰੈਕਟ ਸਟਾਰਟ, ਇਨਪੁਟ, ਸਪੇਸ ਛੋੜ ਕੇ ਟਾਈਪ,
बराबर इनवर्टेड कॉमा दे विच लिखांगे टेक्स्ट, क्योंकि असी नेम टेक्स्ट दे विच लिखना है। उस तो बाद नेम बराबर फुल नेम, मतलब इत्थे असी फुल नेम दवांगे। साइज विच दवांगे 25, मतलब असी इत्थे 25 लैटर्स टाइप कर सकते हैं। सेम उसी तरह फादर नेम दवांगे, सारा कुछ बिल्कुल सेम, बस साइज थोड़ा वड्डा कर देंगे। उस तो बाद फॉर्म टैग बंद कर देंगे। सेव करांगे, फिर रन करके देखांगे। तुसी देख रहे हो इत्थे तुहानू एक फॉर्म दिखाई दे रहा है जिहदे विच नेम ते फादर नेम दिखाई दे रहा है, लेकिन फादर नेम देखो थोड़े कॉलम के उधरली साइड ते दिखाई दे रहा है, लेकिन यह होना कित्थे चाहिदा सी, बिल्कुल नीचे। उस लई आपां की करांगे, BR टैग की वरतों करांगे। BR टैग नाल यह हेठां आ जाएगा। दोबारा सेव करांगे, फिर प्ले करके देखांगे। हुण देखोगे तुसी कि यह फादर नेम वाला कॉलम नीचे आ गया है। उस तो बाद असी वरतों करांगे टैक्सट एरिया टैग दी। टैक्सट एरिया टैग मतलब यह जी जगह जिथे असी लंबा टैक्सट, ज़्यादा टैक्सट लिखना हुंदा, जिवें एड्रैस हो गया या फिर किते कमेंट लिखना होवे, तां उस लई की करांगे, सब तो पहला एंगल ब्रैकेट स्टार्ट, फिर टैक्सट एरिया स्पेस छोड़ के नेम बराबर असी इत्थे एड्रैस देवांगे, इसलिए इनवर्टेड कॉमा दे विच लिखांगे एड्रैस। फिर इत्थे 4 रोज देवांगे ते कॉलम्स 20 दे देंगे। उस तो बाद टैक्सट एरिया टैग नू बंद कर देंगे। उस तो बाद सेव करांगे, फिर इसनू प्ले करके देखांगे। तुसी देख रहे हो इत्थे तुहानू एड्रैस बॉक्स दिखाई दे रहा है, लेकिन वही गल यह भी उधरली साइड ते दिखाई दे रहा है। इसनू भी नीचे लियान लई केड़ा टैग वरतांगे, BR टैग। हुण BR टैग लिखण तो बाद दोबारा इसनू सेव करांगे, प्ले करांगे,
ਤਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਇੱਥੇ ਐਡਰੈਸ ਬਾਕਸ ਦਿਖਾਈ ਦੇ ਰਿਹਾ ਹੈ, ਜਿਸ ਦੇ ਵਿੱਚ ਤੁਸੀਂ ਆਪਣਾ ਐਡਰੈਸ ਲਿਖ ਸਕਦੇ ਹੋ। ਮਤਲਬ 2 ਜਾਂ 3 ਤੋਂ ਵੱਧ ਵਰਡਸ ਲਿਖ ਸਕਦੇ ਹੋ। ਸਟੂਡੈਂਟਸ, ਹੁਣ ਆਪਾਂ ਵਰਤੋਂ ਕਰਾਂਗੇ ਚੈੱਕ ਬਾਕਸ ਤੇ ਰੇਡੀਓ ਬਟਨ ਦੀ। ਚੈੱਕ ਬਾਕਸ ਇੱਕ ਸਿੰਪਲ ਚੈੱਕ ਬਾਕਸ ਹੁੰਦਾ ਹੈ ਜੋ ਕਿ ਛੋਟੇ ਜਿਹੇ ਵਰਗ ਦੇ ਤੌਰ ਤੇ ਦਿਖਾਈ ਦਿੰਦਾ ਹੈ, ਜਿਸ ਨੂੰ ਯੂਜ਼ਰ ਇਸ ਤੇ ਕਲਿੱਕ ਕਰਕੇ ਸਿਲੈਕਟ ਜਾਂ ਡੀਸਿਲੈਕਟ ਕਰ ਸਕਦਾ ਹੈ। ਆਮ ਤੌਰ ਤੇ ਇਹ ਇੱਕ ਸਮੂਹ ਵਿੱਚ ਜਾਣਕਾਰੀ ਨੂੰ ਚੁਣਨ ਅਤੇ ਸਾਂਝਾ ਕਰਨ ਲਈ ਵਰਤਿਆ ਜਾਂਦਾ ਹੈ ਤੇ ਇਹ HTML ਦੇ ਇਨਪੁਟ ਟੈਗ ਵਿੱਚ ਹੀ ਵਰਤਿਆ ਜਾਂਦਾ ਹੈ। ਇਸ ਲਈ ਆਪਾਂ ਕੀ ਕਰਾਂਗੇ, ਸਿੰਪਲ ਉਵੇਂ ਇਨਪੁਟ ਟੈਗ ਤੇ ਟਾਈਪ ਐਟਰੀਬਿਊਟ ਬਰਾਬਰ ਇਨਵਰਟਡ ਕਾਮਾ, ਉਸ ਵਿੱਚ ਲਿਖਾਂਗੇ ਚੈੱਕ ਬਾਕਸ, ਇਨਵਰਟਡ ਕਾਮਾ ਬੰਦ ਕਰਾਂਗੇ। ਨੇਮ ਦੇ ਵਿੱਚ ਅਸੀਂ ਉਹ ਕੋਈ ਵੀ ਨੇਮ ਲਿਖ ਸਕਦੇ ਹਾਂ ਜਿਹੜਾ ਨੇਮ ਤੁਸੀਂ ਆਪਣੇ ਚੈੱਕ ਬਾਕਸ ਨੂੰ ਦੇਣਾ ਚਾਹੁੰਦੇ ਹੋ। ਉਸ ਤੋਂ ਬਾਅਦ ਇਨਵਰਟਡ ਕਾਮਾ ਬੰਦ। ਵੈਲਿਊ ਦੇ ਵਿੱਚ ਤੁਸੀਂ ਆਪਣੇ ਚੈੱਕ ਬਾਕਸ ਦੀ ਵੈਲਿਊ ਦੇਣੀ ਹੈ। ਫਿਰ ਇਨਵਰਟਡ ਕਾਮਾ ਬੰਦ, ਐਂਗਲ ਬ੍ਰੈਕਟ ਬੰਦ। ਫਿਰ ਚੈੱਕ ਬਾਕਸ ਦਾ ਨਾਮ ਦੇਣਾ ਹੈ ਜੋ ਚੈੱਕ ਬਾਕਸ ਦੇ ਅੱਗੇ ਤੁਸੀਂ ਸ਼ੋ ਕਰਨਾ ਚਾਹੁੰਦੇ ਹੋ। ਫਾਈਲ ਨੂੰ ਸੇਵ ਕਰਾਂਗੇ, ਪਲੇ ਕਰਕੇ ਦੇਖਾਂਗੇ। ਤੁਸੀਂ ਦੇਖ ਰਹੇ ਹੋ ਇੱਥੇ ਤੁਹਾਨੂੰ ਚੈੱਕ ਬਾਕਸ ਦਿਖਾਈ ਦੇ ਰਿਹਾ ਹੈ। ਕਿਸੇ ਨੂੰ ਵੀ ਤੁਸੀਂ ਟੱਚ ਕਰਕੇ ਸਿਲੈਕਟ ਜਾਂ ਡੀਸਿਲੈਕਟ ਕਰ ਸਕਦੇ ਹੋ। ਹੁਣ ਅੱਗੇ ਆਪਾਂ ਵਰਤਾਂਗੇ ਰੇਡੀਓ ਬਟਨ। ਰੇਡੀਓ ਬਟਨ ਵੀ ਬਿਲਕੁਲ ਚੈੱਕ ਬਾਕਸ ਦੀ ਤਰ੍ਹਾਂ ਹੀ ਹੁੰਦਾ ਹੈ। ਬਸ ਕੀ ਕਰਨਾ ਹੈ, ਇਨਪੁਟ ਟੈਗ ਦੇ ਅੰਦਰ ਹੀ ਟਾਈਪ ਦੀ ਵੈਲਿਊ ਜਿੱਥੇ ਤੁਸੀਂ ਚੈੱਕ ਬਾਕਸ ਲਿੱਤੀ ਹੈ ਉੱਥੇ ਹੀ ਆਪਾਂ ਰੇਡੀਓ ਕਰ ਦੇਵਾਂਗੇ। ਰੇਡੀਓ ਬਟਨ ਇੱਕ ਗੋਲ ਆਕਾਰ ਦਾ ਬਟਨ ਹੁੰਦਾ ਹੈ। ਇਹ ਵੀ ਬਹੁਤ ਸਾਰੀ ਸੂਚੀ ਵਿੱਚੋਂ ਇੱਕ ਚੁਣਨ ਲਈ ਵਰਤਿਆ ਜਾਂਦਾ ਹੈ। ਅੱਗੇ ਅਸੀਂ ਵਰਤੋਂ ਕਰਾਂਗੇ ਸਿਲੈਕਸ਼ਨ ਲਿਸਟ ਦੀ। ਸਿਲੈਕਸ਼ਨ ਲਿਸਟ ਇੱਕ ਲਿਸਟ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਹਨ ਅਤੇ ਉਹਨਾਂ ਵਿੱਚੋਂ ਕਿਸੇ ਵੀ ਇੱਕ ਆਪਸ਼ਨ 'ਤੇ ਕਲਿੱਕ ਕਰਕੇ ਆਪਾਂ ਚੂਜ਼ ਕਰ ਸਕਦੇ ਹਾਂ। ਇਸ ਨੂੰ ਅਸੀਂ ਮਲਟੀਪਲ ਇਨਪੁਟ ਲਿਸਟ ਵੀ ਬਣਾ ਸਕਦੇ ਹਾਂ। ਤਾਂ ਸਿਲੈਕਸ਼ਨ ਲਿਸਟ ਬਣਾਉਣ ਲਈ ਫਾਰਮ ਦੀ ਹੀ ਵਰਤੋਂ ਕਰਾਂਗੇ। ਇਹ ਵੀ ਫਾਰਮ ਦਾ ਹੀ ਇੱਕ ਹਿੱਸਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੀ ਹੈਡਿੰਗ ਦੇ ਦਿੰਦੇ ਹਾਂ ਇਨਪੁਟ ਟੈਗ। ਆਪਾਂ ਇਸ ਦੀ ਸਭ ਤੋਂ ਪਹਿਲਾਂ ਹੈਡਿੰਗ ਦੇ ਦਿੰਦੇ ਹਾਂ ਇਨਪੁਟ ਡਿਵਾਈਸਿਸ। ਨੀਚੇ ਜਾਵਾਂਗੇ। ਸਭ ਤੋਂ ਪਹਿਲਾ ਟੈਗ ਇਸ ਲਈ ਵਰਤਿਆ ਜਾਂਦਾ ਹੈ ਸਿਲੈਕਟ ਦਾ। ਸਪੇਸ ਛੋੜ ਕੇ ਨੇਮ ਦੇਵਾਂਗੇ। ਕਿਉਂਕਿ ਆਪਾਂ ਇਸ ਨਾਲ ਇਨਪੁਟ ਕਰਵਾ ਰਹੇ ਹਾਂ ਇਸ ਲਈ। ਉਸ ਤੋਂ ਬਾਅਦ ਸਾਈਜ਼ ਆਪਾਂ ਇਸ ਦਾ ਦੇਤਾ 3, ਬ੍ਰੈਕਟ ਬੰਦ ਕੀਤੀ, ਨੀਚੇ ਗਏ। ਹੁਣ ਇਸ ਦਾ ਅਗਲਾ ਟੈਗ ਹੁੰਦਾ ਹੈ ਆਪਸ਼ਨ ਟੈਗ। ਆਪਸ਼ਨ ਟੈਗ ਦੇ ਵਿੱਚ ਆਪਾਂ ਨੇ ਜੋ ਵੈਲਿਊ ਲਿਖਣੀ ਹੈ ਉਹ ਹੈ ਵੈਲਿਊ ਇਜ਼ ਇਕੁਅਲ ਟੂ ਇਨਵਰਟਡ ਕਾਮਾ ਕੀ, ਇਨਵਰਟਡ ਕਾਮਾ ਬੰਦ। ਉਸ ਤੋਂ ਬਾਅਦ ਆਪਾਂ ਲਿਖਾਂਗੇ ਸਿਲੈਕਟਡ, ਮਤਲਬ ਇਸ ਦੀ ਆਹ ਵਾਲੀ ਆਪਸ਼ਨ ਇਸ ਕੀ ਦੀ ਹਮੇਸ਼ਾ ਸਿਲੈਕਟਡ ਹੀ ਰਹੇਗੀ।
ब्रैकेट बंद करांगे। उस तो बाद अपनी हैडिंग दे देंगे जो इस सिलैक्शन लिस्ट में आप नाम देना चाहते हैं। मतलब पहला सब तो पहले ऑप्शन की देवांगे कीबोर्ड। उस तो बाद ऑप्शन बंद कर देंगे। फिर नीचे एक होर आप वैल्यू दे देने दोबारा ऑप्शन टैग नाल ही इसनों ही अगर एंगल ब्रैकेट स्टार्ट करांगे ऑप्शन टैग के अंदर ही आप वैल्यू दे देने वैल्यू इज इक्वल टू इनवर्टेड कॉमा की इनवर्टेड कॉमा बंद। फिर हुण सिलैक्टेड की लोड़ नहीं है क्योंकि आप पहला ही कल्ला सिलैक्टेड देना सी, तां इस करके हुण आप एंगल ब्रैकेट बंद करती। इत्थे दे देने माउस। उस तो बाद फिर नीचे जावांगे ऑप्शन बंद कर देंगे। फिर नीचे जावांगे फिर ऑप्शन टैग दोबारा स्टार्ट करांगे। फिर इस दे विच आपां वैल्यू देती की फिर ब्रैकेट बंद की आप इत्थे दे देने स्कैनर। हुण फिर ऑप्शन टैग बंद करता। फाइल नू सेव करांगे प्ले करांगे। तुसी देख रहे हो इस जगह ते तुहानू सिलैक्शन लिस्ट दिखाई दे रही है। उहदे उपर टच करोगे तुहानू ये वालियां ऑप्शनस दिखाई देणगियां। किसी भी तुसी किसी ते भी टच करके उसनू सिलैक्ट कर सकते हो। हुण आपां वरतों करांगे बटन्स दी। बटन दो तरह के हुंदे हन, एक सबमिट बटन ते एक क्लीयर बटन। सबमिट बटन मतलब जदों असी अपना फॉर्म फिल कर लैने आ उस तो बाद असी अपने फॉर्म नू सबमिट करन लई सबमिट बटन दबाने आ। अते जेकर गलत फॉर्म भरिया जाए तो अगर सारा फॉर्म दोबारा तो भरना होवे तां पिछला सारा डाटा क्लीयर करन लई क्लीयर बटन वरत्या जाता है। सब तो पहला आपां कोडिंग लिखांगे सबमिट बटन लई। उस लई की करना है, सब तो पहला टैग ओपन करांगे इनपुट स्पेस छोड़ के टाइप इक्वल टू इनवर्टेड कॉमा दे विच आपां लिखांगे सबमिट इनवर्टेड कॉमा बंद। फिर स्पेस छोड़ के वैल्यू देवांगे इक्वल टू इनवर्टेड कॉमा। इस दे विच तुसी ओह वर्ड लिखना है जो तुसी अपने बटन के उपर चाहते हो, जिवें असी सबमिट ही लिखांगे। उस तो बाद एंगल ब्रैकेट बंद करांगे। हुण इसनू सेव करांगे, व्यू करके देखांगे। तुसी देख रहे हो इत्थे तुहानू सबमिट बटन दिखाई दे रहा है, लेकिन जेकर तुसी इसनू फॉर्म दे बिल्कुल नीचे चाहते हो तां उही की करना पएगा, BR टैग नाल आपां 2 लाइनां दी स्पेस छोड़ दांगे। तां आपां इत्थे दे दिन्ने आ BR टैग। फिर सेव करांगे प्ले करांगे। हुण तुसी देख रहे हो सबमिट बटन नीचे आ गया है। हुण जदों इस दे उपर टच किया जाता है तो उपर वाला जिहड़ा भी फॉर्म तुसी बनाया होएगा तो उसनू फिल किया होएगा तो वह सबमिट हो जाएगा। उस तो बाद असी वरतों करांगे क्लीयर ऑल बटन दी। उस लई भी की करना है, सब तो पहला एंगल ब्रैकेट स्टार्ट फिर इनपुट स्पेस छोड़ के टाइप बराबर इनवर्टेड कॉमा। इत्थे असी लिख दिन्ने हाँ रीसैट। उस तो बाद वैल्यू देवांगे इक्वल टू इनवर्टेड कॉमा, इस दे अंदर लिख दिन्ने क्लीयर ऑल। उस तो बाद एंगल ब्रैकेट बंद करांगे। हुण तुसी देखो इत्थे आपां ने BR नहीं दिता तो यह बिल्कुल उसके नाल ही आएगा, इसलिए इस दे पहला ही आपां इत्थे BR टैग दे दिन्ने आ। 2 लाइनां दी स्पेस छोड़ के दोबारा सेव करांगे प्ले करांगे। हुण तुसी देख रहे हो नीचे तुहानू क्लीयर ऑल दा
बटन दिखाई दे रहा होएगा। स्टूडेंट्स अगे है मार्क्यू टैग। मार्क्यू टैग की वरतों किवें करनी है, पहले एंगल ब्रैकेट स्टार्ट करांगे, फिर मार्क्यू स्पेस छोड़ के हुण तुसी मार्क्यू के पिछे जो लाइन आएगी उसका जो कलर देना चाहते हो, मतलब बीजी कलर, तो आप इत्थे देता बीजी कलर इक्वल टू इनवर्टेड कॉमा सुपोज रेड देता। उस तो बाद है तुसी जो डायरैक्शन विच उसनू मार्क्यू करना चाहते हो, मतलब उसनू घुमाना चाहते हो, तो आपां ने इत्थे देता डायरैक्शन इक्वल टू इनवर्टेड कॉमा लैफ्ट। उस तो बाद एंगल ब्रैकेट बंद करांगे। उस तो बाद है कि जो टैक्सट तुसी मूव करवाना चाहते हो, सुपोज इत्थे आपां ने देखा होएगा तुसी काफ़ी जगह ते कि हैडिंग दी हुंदी है एडमिशन ओपन दी, तो आपां भी इत्थे लिख दिंदे एडमिशन ओपन। उस तो बाद नीचे जावांगे, मार्क्यू टैग बंद करांगे, फाइल नू सेव करांगे, फिर प्ले करांगे। तुसी देख रहे हो नीचे तुहानू मार्क्यू टैग की वरतों जिथे आपां लिखिया सी एडमिशन ओपन वो नज़र आ रहा है। स्टूडेंट्स उम्मीद है तुहानू ये सारा प्रैक्टिकल चंगी तरह समझ आ गया होएगा, पर बेटा जदों तक तुसी इसनू खुद नहीं करके देखते तुहानू कुछ भी समझ नहीं आएगा। इसलिए ज़्यादा बैटर है इसनू तुसी पहला खुद करके देखो, पहले इस वीडियो नू देखो, उसके नाल नाल तुसी खुद करके देखो, फिर ही चंगी तरह प्रैक्टिकल समझ आ पाएगा। जेकर वीडियो चंगी लगी तो समझ आई तो चैनल नू सबसक्राइब करना, वीडियो नू लाइक करना ते वध तो वध शेयर करना, ताकि इस वीडियो का लाभ सारे स्टूडेंट्स नू मिल सके। थैंक यू सो मच।